ਹੁਣ ਜਿਹੜੇ ਕਹਾਣੀਕਾਰ ਨੂੰ ਬੁਲਾਉਣ ਜਾ ਰਹੇ हैं ਇੰਟਰਨੈਸ਼ਨਲੀ ਆਲਮੀ ਪੱਧਰ 'ਤੇ 2 ਵਾਰੀ ਮਾਣ ਖੜ ਚੁੱਕੇ ਨੇ ਔਰ ਉਹਨਾਂ ਦੀ ਕਹਾਣੀ ਪੜ੍ਹ ਕੇ ਲਾਹੌਰ ਦੀ ਅਸੀਂ ਸੈਰ ਕਰਨੇ ਆ, ਲਾਹੌਰ ਦਾ ਮੁੱਖ ਮੁਹਾਂਦਰਾ ਵੇਖਦੇ ਆ। ਮੇਰੀ ਮੁਰਾਦ ਉਹ ਉਸਤਾਦ ਤੇ ਅੰਗਰੇਜ਼ੀ ਦੇ ਨੇ, ਪੰਜਾਬੀ ਲਿਖਦੇ ਨੇ, ਪੰਜਾਬੀਅਤ ਦੇ ਵਿੱਚ ਰਚੇ ਹੋਏ ਨੇ। ਪ੍ਰੋਫੈਸਰ ਜ਼ੁਬੈਰ ਅਹਿਮਦ ਸਾਹਿਬ ਨੂੰ ਗੁਜ਼ਾਰਿਸ਼ ਹੈ ਆਉਣ। ਤੁਹਾਡੀਆਂ ਬਹੁਤ ਸਾਰੀਆਂ ਤਾੜੀਆਂ। ਉਹ ਚੁੱਪ ਸ਼ਾਹ ਨਹੀਂ ਸੀ, ਉਹ ਚੁੱਪ ਸ਼ਾਹ ਨਹੀਂ ਸੀ, ਪਰ ਉਸ ਨੂੰ ਚੁੱਪ ਲੱਗ ਗਈ। ਕੁਝ ਦਿਨ ਪਹਿਲਾਂ, ਕੁਝ ਮਹੀਨੇ ਜਾਂ ਵਰਿਆਂ ਦੀ ਚੁੱਪ ਕਿ ਸਦੀਆਂ ਦੀ, ਪਤਾ ਨਹੀਂ। ਉਹ ਚੁੱਪ ਜਿਹਾ ਹੋ ਗਿਆ। ਕੁਝ ਸੋਚਦਾ ਵੀ ਹੋਣਾ, ਹਾਂ ਫਿਕਰਾਂ ਵੀ ਹੋਣਗੀਆਂ, ਕੋਈ ਚਿੰਤਾ ਵੀ। ਕੋਈ ਚੁੱਪ ਕਿਉਂ ਹੋ ਜਾਂਦਾ? ਕੀ ਇਹ ਸਾਨੂੰ ਚੁੱਪ ਲੱਗ ਜਾਂਦੀ ਹੈ? ਗੱਲ ਕਰਨ ਨੂੰ ਦਿਲ ਕਿਉਂ ਨਹੀਂ ਕਰਦਾ? ਜੀਵਨ ਨੂੰ 60 ਵਰਿਆਂ ਪਿੱਛੋਂ ਉਹ ਰਿਟਾਇਰ ਸੀ ਹੋਇਆ, ਪਰ ਮੁੜ ਲੱਗ ਗਿਆ ਕੰਟਰੈਕਟ 'ਤੇ। 15ਵਾਂ ਦਿਨ ਹੋਣਾ ਦਫ਼ਤਰ ਦੀਆਂ ਪੌੜੀਆਂ ਚੜ੍ਹਦੇ, ਦਫ਼ਤਰ ਦੀਆਂ ਪੌੜੀਆਂ ਲਹਿੰਦੇ ਚੱਕਰ ਆਇਆ ਅਤੇ ਉਹ ਡਿੱਗ ਪਿਆ। ਗੰਗਾ ਰਾਮ ਨੇੜੇ ਸੀ, ਐਮਰਜੈਂਸੀ ਵਿੱਚ ਲੈ ਗਏ। ਮਗਰੋਂ ਸਾਰ ਮਿਲੀ ਪਈ। ਡਾਕਟਰ ਦਿਲ ਦੇ ਟੈਸਟ ਲੈਂਦਾ ਰਿਹਾ, ਜਿਹੜੇ ਸਾਰੇ ਠੀਕ ਸਨ, ਪਰ ਉਸ ਦੇ ਦਿਮਾਗ ਵਿੱਚ ਕੁਝ ਫਸ ਗਿਆ ਸੀ, ਲਹੂ ਦਾ ਲੋਥਾ। ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਸਾਹਮਣੇ ਇਹ ਅੱਖਰ ਸੁਣ ਲਹੂ ਲਹਿਰਨ ਲੱਗ ਪਾਉਂਦਾ ਹੈ, ਰੱਤ ਫੜਕਣ ਲੱਗ ਪਾਉਂਦੀ ਹੈ। ਮੁੜ ਆਖਿਆ ਡਾਕਟਰਾਂ ਜਨਰਲ ਹਸਪਤਾਲ ਲੈ ਚਲੋ। ਸਿਟੀ ਸਕੈਨ ਹੋਇਆ, ਥੋ ਮਿਲੀ ਪਈ, ਕਲੋਟ ਫਸ ਗਿਆ ਹੈ। 2 ਦਿਨਾਂ ਮਗਰੋਂ ਘਰ ਵੀ ਪਰਤ ਆਇਆ। ਆਖਣ ਲੱਗਾ, ਮੈਂ ਇਹਨਾਂ ਸਾਰੀਆਂ ਉੱਚੀ ਜ਼ਾਤਾਂ ਵਾਲਿਆਂ ਦੇ ਖਿਲਾਫ ਇੱਕ ਲੇਖ ਲਿਖ ਰਿਹਾ ਹਾਂ। ਇਹ ਉੱਚ ਜ਼ਾਤ ਝੂਠ ਨੇ। ਵਾਰ-ਵਾਰ ਆਪਣੀ ਨਿੱਕੀ ਕੁੜੀ ਨੂੰ ਬੁਲਾਏ, ਜਿਸ ਨੂੰ ਉਹ ਲੇਖ ਬੋਲ ਲਿਖਵਾ ਰਿਹਾ ਸੀ, ਪਰ ਹੁਣ ਆਪੋਂ ਲਿਖਣ ਯੋਗ ਨਹੀਂ ਸੀ। 5 ਦਹਾਕੇ ਅੱਖਾਂ ਅੱਗੋਂ ਪਾਣੀ ਵਾਂਗੂ ਵਗ ਗਏ। ਖੱਦਰ ਦੀਆਂ ਸ਼ਲਵਾਰਾਂ, ਕਮੀਜ਼ਾਂ, ਪਿਸ਼ੌਰੀ ਚੱਪਲਾਂ, ਅੱਖਾਂ ਵਾਂਗ ਮਸ਼ਾਲਾਂ, ਲੱਭ ਤਰਿਆਏ ਚੁੱਪ ਤਰੋੜਨ ਨੂੰ। ਚੁੱਪ ਟੁੱਟਦੀ ਏ, ਸ਼ਹਿਰ ਆਕੜ ਪਾਉਂਦਾ, ਉੱਠ ਖਲੋਂਦਾ। ਮੈਥੋਂ ਉਹ 8-10 ਵਰੇ ਵੱਡਾ ਹੀ ਹੋਣਾ, ਪਰ ਹਮੇਸ਼ਾ ਹੀ ਕਾਲ ਵਿੱਚ ਇੱਕ ਭਾਜੜ ਜਿਹੀ। ਉਦੋਂ ਉਹ ਵਾਕਾਂ ਦੇ ਅਖਬਾਰ ਦਹਿਕਾਨ ਦਾ ਐਡੀਟਰ ਸੀ। ਵੀਅਤਨਾਮ ਵਿੱਚੋਂ ਅੰਕਲ ਸਾਮ ਹਾਰ ਰਿਹਾ ਸੀ, ਉਹਦੇ ਲੇਖਾਂ ਅੱਗ ਲਾਈ ਹੋਈ ਸੀ। ਮੁੜ ਅਖਬਾਰ ਬੰਦ ਹੋ ਗਿਆ। ਆਗੂ ਵਜ਼ੀਰ ਹੋ ਗਿਆ। ਉਹ ਨੌਕਰੀ ਲੱਗਿਆ ਅਤੇ ਵਿਆਹ ਕਰ ਲਿਆ। ਬਲਦੀਆਂ ਮੁਸ਼ਾਲਾਂ ਬੁਝ ਗਈਆਂ। ਚੁੱਪ ਕਾਨੂੰਨ ਬਣ ਗਿਆ। ਦੇਸ਼ ਹਨੇਰੇ ਵਿੱਚ ਬੁੱਢ ਗਿਆ। ਬੇਗਾਨੀ ਜੰਗ ਅਸਾਂ ਪ੍ਰਵਾਨ ਕੀਤੀ ਅਤੇ ਅੱਲਾਹੁ ਅਕਬਰ ਹੋਣ ਲੱਗ ਪਿਆ। ਰਾਤੀ ਲੋਕਾਂ ਨੂੰ ਡਰਾਉਣੇ ਸੁਪਨੇ ਆਉਣੇ। ਲਹੂ ਲੀਰਾਂ ਪੁਲਿਸ ਦੀਆਂ ਗੱਡੀਆਂ ਵਿੱਚੋਂ ਬਾਹਰ ਨਿਕਲੇ ਹੱਥ ਅਤੇ ਚੀਕਾਂ ਸੜਕਾਂ ਉੱਤੇ। ਅੰਦਰਾਂ ਵਿੱਚ ਚੁੱਪ। ਹਾਕਮੇ ਸ਼ਹਿਰ ਨੇ ਕਹਿਣਾ, ਆਜ ਸ਼ਹਿਰ ਵਿੱਚ ਅਮਨੋ ਅਮਾਨ ਰਿਹਾ। ਅਮਨੋ ਅਮਾਨ ਤਾਂ ਰਿਹਾ, ਪਰ ਜਿਉਂਦਾ ਵੀ ਕੋਈ ਨਾ ਰਿਹਾ। ਕਹਿੰਦੇ ਉਹ ਚੁੱਪ ਕਰ ਗਿਆ ਸੀ। 4 ਧੀਆਂ ਅਤੇ 2 ਪੁੱਤਰਾਂ ਵਿੱਚੋਂ ਅਜੇ ਕੋਈ ਵੀ ਰਿਸ ਕਮਾਉਣ ਜੋਗਾ ਨਹੀਂ ਸੀ। ਨਿਰੀ ਇੱਕ ਵਿਆਹੀ ਸੀ ਅਤੇ ਇੱਕ ਘਰ ਆ ਬੈਠੀ ਸੀ। ਇੱਕ ਦਾ ਬਾਲਪਨ ਦਾ ਸਾਗ ਟੁੱਟ ਗਿਆ। ਘਰੀ ਬੈਠੀ ਨੂੰ ਅਗਲਿਆਂ 2-3 ਮਹੀਨਿਆਂ ਮਗਰੋਂ ਕਾਗਜ਼ ਦੇ ਫਾਰਗ ਕਰ ਦਿੱਤਾ। ਦਹੇਜ ਵੀ ਮਾਰ ਲਿਆ। ਮੁੰਡਾ ਕੈਨੇਡਾ ਬੈਠਾ ਸੀ, ਕਿਵੇਂ ਅੱਪੜਦੇ। ਮੁੜ ਉਹ ਗੱਲਾਂ ਨਿਕਲੀਆਂ, ਪਈ ਰਹੇ ਰੱਬ ਦਾ ਨਾਂ। ਮੁੰਡੇ ਨੂੰ ਤਾਂ ਭਰਜਾਈਆਂ ਹੱਥ ਵਿੱਚ ਕਰੀ ਬੈਠੀਆਂ ਸਨ। ਉਸ ਭਲੀਏ ਲੋਕੇ ਨੂੰ ਕੁਝ ਸਮਝ ਨਾ ਆਏ। 2 ਮਹੀਨਿਆਂ ਪਿੱਛੋਂ ਮੁੰਡਾ ਆ ਗਿਆ, ਪਈ ਛੇਤੀ ਕੈਨੇਡਾ ਬੁਲਾ ਲਾਂਗਾ, ਪਰ ਮੁੜ ਕਾਗਜ਼ ਗਲ ਦਿੱਤੇ। ਸਾਰਾ ਘਰ ਚੁੱਪ ਕਰ ਗਿਆ। ਮੁੜ ਨਾ ਕਿਸੇ ਮੁੰਡੇ ਵਿਆਹ ਕੀਤਾ, ਨਾ ਕਿਸੇ ਧੀ। ਇਨਕਾਰ ਦੀ ਕੋਈ ਤੁਖਣੀ ਸੀ ਜਿਹੜੀ ਸਭ ਜੀਵਾਂ ਵਿੱਚ ਪਕਾ ਗਿਆ। ਐਨੇ ਰਿਸ਼ਤੇ ਆਏ, ਸਾਕ ਲੜੇ, ਭਈ ਕਿਵੇਂ ਲੱਗੇਗੀ, ਪਰ ਕੁੜੀਆਂ ਇੱਕੋ ਵੱਲਦਾ, ਅਸਾਂ ਵਿਆਹ ਨਹੀਂ ਕਰਨਾ। ਅਖੀਰ ਕਿਸੇ ਕਹਿ ਹੀ ਦਿੱਤਾ, ਵਿਆਹ ਕਰਨਾ ਇੰਨਾ ਜ਼ਰੂਰੀ ਕਿਉਂ? ਬਿਨਾਂ ਵਿਆਹ ਵੀ ਲੰਘ ਜਾਂਦੀ। ਮੁੰਡਿਆਂ ਭੈਣਾਂ ਪਾਰੋਂ ਵਿਆਹ ਨਾ ਕੀਤੇ,
ਕੀ ਫੂਕ ਗਿਆ ਸੀ ਅੰਦਰਾਂ ਵਿੱਚ, ਅੱਗੋਂ ਇੱਕੋ ਚੁੱਪ ਸ਼ਾਹ ਦਾ ਚੁੱਪ ਟੱਬਰ। ਇੱਕ ਦਿਨ ਮੈਂ ਜਾਂਦਾ ਹੋਵਾਂ ਸਰਕੂਲਰ ਰੋਡ ਅੱਡਾ ਕਰਾਉਣ ਕੋਲ ਖਾਕੀ ਮਿਲ ਗਿਆ। ਮੈਂ ਦੱਸਿਆ ਚੁੱਪ ਸ਼ਾਹ ਦੇ ਜਾਵਣ ਦਾ। ਬੜਾ ਹੈਰਾਨ ਹੋਇਆ। ਹਾਂ ਚੇਤੇ ਹੈ, ਉਹ ਚੇਤੇ ਕਰਦਾ ਬੋਲਿਆ। ਬੜਾ ਸਾਥ ਸੀ ਸਾਡਾ, ਦਿਨ ਰਾਤ ਇਕੱਠੇ ਹੋਣਾ। ਦਹਿਕਾਨ ਉਹ ਇਕੱਲਾ ਕੱਢਦਾ ਸੀ। ਫਿਰ ਜ਼ਿਆ ਆਇਆ, ਮਿਲਣੀ ਘਟ ਗਈ। ਉਹਦਾ ਵਿਆਹ ਹੋ ਗਿਆ। ਕਿੰਨਾ ਚਿਰ ਹੋ ਗਿਆ ਉਹਨੂੰ ਮਿਲਿਆ। ਬੀਬਾ ਉਹ ਆਪਣਾ ਮੂੰਹ ਨੇੜੇ ਕਰਦਾ ਬੋਲਿਆ, ਜਿਵੇਂ ਕੋਈ ਭੇਦ ਦੱਸਦਾ ਹੋਵੇ। ਸੋਹਣਿਆ, ਮੇਲਾ ਸਾਡਾ ਤਾਂ ਮਚਿਆ ਨਹੀਂ, ਸਭ ਅੱਗੇ ਪਿੱਛੇ ਹੋ ਗਿਆ। ਕੁਝ ਵੇਲੇ ਪਾੜ ਪਾਏ, ਕੁਝ ਅਸਾਂ ਆਪੇ ਵੀ ਰਹਿ ਗਏ। ਮੇਰੇ ਵੱਲ ਵੇਖ, ਮੈਂ ਇੰਝ ਦਾ ਸਾਂ। ਮੈਂ ਤੱਕਿਆ, ਉਹਦਾ ਮੁੱਖ ਪੀਲਾ ਸੀ, ਸੁੱਕਾ, ਜਿਵੇਂ ਰਾਜਨਾ ਖਾਵਣ ਪਿੱਛੋਂ ਵਰਿਆਂ ਵਿੱਚ ਕੁਝ ਸੁੱਕ ਜਿਹਾ ਜਾਂਦਾ ਹੈ। ਅੰਗ ਸਖਣੇ ਜਿਹੇ ਰਹਿ ਜਾਂਦੇ ਨੇ। ਖਾਕੀ ਦੀ ਗੱਲ ਕਰਦੇ ਕਰਦੇ ਮੂੰਹ ਜਿਵੇਂ ਕੁਝ ਫਸ ਜਾਂਦਾ ਸੀ। ਆਵਾਜ਼ ਬਹੁਤ ਹੌਲੀ ਹੋ ਜਾਂਦੀ ਸੀ। ਇੱਕ ਵੇਲੇ ਬੜੀ ਸਾਂਝ ਸੀ। ਰਾਤ ਦਿਨ ਇਕੱਠੇ ਸਾਂ। ਪੜ੍ਹਾਈ ਦਾ ਕਿਹਨੂੰ ਖਿਆਲ ਹੋਣਾ। ਅਸੀਂ ਸਾਰੇ ਡਰਾਪ ਆਊਟ ਹਾਂ। ਮੈਂ BA ਵਿੱਚੋਂ ਹੀ ਛੱਡ ਗਿਆ ਸਾਂ। FA ਸਾਂ ਜਦ ਅਯੂਬ ਸਰਕਾਰ ਖਿਲਾਫ ਜਲੂਸ ਨਿਕਲਣੇ ਸ਼ੁਰੂ ਹੋਏ। ਰੋਜ਼ ਜਲੂਸ, ਫਿਰ ਇਲੈਕਸ਼ਨ ਆ ਗਏ। ਮੋਇਆ ਕਿਸੇ ਦਰਸੀ ਕਿਤਾਬਾਂ ਪੜ੍ਹਨੀਆਂ ਸਨ। ਅਸਾਂ ਸੋਸ਼ਲਿਜ਼ਮ ਲਈ ਗਲੀਓਂ ਗਲੀ ਫਿਰ ਗਏ। ਕੋਈ ਆਗੂ ਸਾਡੇ ਅੱਗੇ ਕੁਸਕਦਾ ਨਹੀਂ ਸੀ। ਅਵਾਮੀ ਸਰਕਾਰ ਆਉਣ ਪਿੱਛੋਂ ਕੋਈ ਸਾਨੂੰ ਟੱਕਰੇ ਨਾ। ਜੇ ਟੱਕਰਨ ਤਾਂ ਕਹਿਣ, ਲੋਕਾਂ ਨੂੰ ਛੱਡੋ, ਲੋਕਾਂ ਦੇ ਕੰਮ ਮੁੱਕਣੇ, ਤੁਹਾਨੂੰ ਜੋ ਚਾਹੀਦਾ ਲੈ ਲਓ। ਮੈਂ ਉਹਨਾਂ ਦੇ ਮੂੰਹ 'ਤੇ ਥੁੱਕ ਕੇ ਆ ਗਿਆ। ਜ਼ਿਆ ਆਇਆ ਸਾਨੂੰ ਲੱਭਣ। ਅਸੀਂ ਕਿਹਾ ਨਿਬੜੋ ਆਪੇ। ਉਹ ਵੀ ਇਹਨਾਂ ਵਿੱਚ ਸੀ। ਵਿਆਹ ਤੱਕ ਮੈਂ ਮਿਲਦਾ ਰਿਹਾ। ਫਿਰ ਬਾਲ ਹੋ ਗਏ, ਮਿਲਣੀ ਘਟ ਗਈ। ਪਤਾ ਚੱਲਿਆ ਸੀ ਉਹਦੀ ਨੌਕਰੀ ਮੁੱਕ ਗਈ ਸੀ। ਘਰ ਰਹਿ ਕੇ ਬਾਲ ਹੀ ਜੰਮਣੇ ਸਨ, ਪਰ ਅਜੇ ਜਾਣ ਦੀ ਉਮਰ ਨਹੀਂ ਸੀ। ਮੈਂ ਉਹਨੂੰ ਰਮਕੇ ਜਾਂਦੇ ਨੂੰ ਤੱਕਦਾ ਰਿਹਾ। ਖਾਕੀ ਜੀ ਨਾਲ ਉਹਦੀ ਦੁਨੀਆ ਵੀ ਬੁੱਢੀ ਹੋ ਗਈ ਹੈ, ਮਰ ਮੁੱਕ ਗਈ ਹੈ। 68 ਦੀ ਪੜਿਆਲ ਲਹਿਰ ਦਾ ਆਗੂ, ਸੂਝਵਾਨ ਸ਼ਾਇਰ, ਕਈ ਕਿਤਾਬਾਂ ਲਿਖੀਆਂ। ਹੁਣ ਉਹਨੂੰ ਕੌਣ ਜਾਣਦਾ ਹੈ। ਸਰਕੂਲਰ ਰੋਡ ਉੱਤੇ ਮੈਂ ਉਹਨੂੰ ਜਾਂਦੇ ਨੂੰ ਤੱਕਦਾ ਰਿਹਾ ਅਤੇ ਫਿਰ ਉਹ ਰਕਸ਼ਿਆਂ, ਰੇਹੜਿਆਂ ਅਤੇ ਬੰਦਿਆਂ ਵਿੱਚ ਗਵਾਚ ਗਿਆ। ਇੱਕ ਦਿਨ ਮੈਂ ਕਿਸੇ ਵੱਡੀ NGO 'ਚ ਬੈਠਾ ਹੋਵਾਂ। ਇੱਕ ਬੇਲੀ ਲੰਦਨੋਂ ਆਇਆ ਸੀ, ਉਹਦੀ ਪਾਰਟੀ ਸੀ। ਉਹ ਸਾਨੂੰ ਵੀ ਟੁੰਬ ਲਿਆ। ਉੱਥੇ ਹੀ ਬਾਬਾ ਜੀ ਟੱਕਰ ਗਏ। ਬਾਬਾ ਜੀ ਮਜ਼ਾਂਗ ਅੱਡੇ ਦੇ ਰਹਿਣ ਵਾਲੇ ਬਾਬਾ ਸੋਸ਼ਲਿਜ਼ਮ ਦੇ 70 ਦੀਆਂ ਚੋਣਾਂ ਵਿੱਚ ਸੈਕਟਰੀ ਇਲੈਕਸ਼ਨ ਸਨ। ਕਰਜ਼ਾ ਲੈ ਲੂਮਾਂ ਵੀ ਲਾਈਆਂ, ਪਰ ਕੁਝ ਨਾ ਬਣਿਆ। ਫੁੱਟਪਾਥੀ ਹੀ ਰਹੇ। ਸਾਰੀ ਉਮਰ ਟਕਾ ਨਾ ਕਮਾਇਆ, ਕੋਈ ਕੰਮ ਨਾ ਕੀਤਾ। ਅਯੂਬ ਵਿਰੋਧੀ ਲਹਿਰ ਵਿੱਚ ਜੇਲਾਂ ਕੱਢੀਆਂ, ਪਰ ਕਦੀ ਬੰਦੇ ਨਾ ਲੱਗੇ। ਮੈਂ ਚੁੱਪ ਸ਼ਾਹ ਦਾ ਦੱਸਿਆ। ਕਹਿਣ ਲੱਗਾ, ਵੇਖ ਯਾਰ, ਇਹ ਕੋਈ ਗੱਲ ਹੈ। ਕਿੱਥੇ ਅਸੀਂ ਅੱਪੜ ਗਏ ਹਾਂ। ਉਸ ਕੁੜੱਤਣ ਵਾਲਾ ਮੂੰਹ ਬਣਾ ਪੂਰਾ ਪੈਗ ਅੰਦਰ ਸੁੱਟਿਆ। ਤੂੰ ਸਾਡੇ ਤੋਂ ਕਈ ਵਾਰੇ ਛੋਟਾ ਹੈ, ਤੂੰ ਨਹੀਂ ਵੇਖਿਆ। 68 ਦੀ ਲਹਿਰ ਵਿੱਚ ਅਸੀਂ ਰੋਜ਼ ਜਲੂਸ ਕੱਢਨੇ ਸਾਂ। MAO ਕਾਲਜ ਦੀ ਇੱਕ ਇੱਟ ਉੱਤੇ ਸਾਡਾ ਨਾਂ ਲਿਖਿਆ ਹੋਇਆ ਹੈ। ਕੀ ਨਹੀਂ ਜੋ ਅਸੀਂ ਨਹੀਂ ਕੀਤਾ। ਚੁੱਪ ਸ਼ਾਹ ਇੰਝ ਸ਼ਹਿਰ ਵਿੱਚ ਫਿਰ ਜਾਂਦਾ ਸੀ। ਰਸਾਲਾ, ਪੰਫਲਟ ਉਸ ਆਪੇ ਲਿਖਣਾ, ਆਪੇ ਹੀ ਵੰਡ ਦੇਣਾ। ਕਿੱਥੋਂ ਆਉਂਦੇ ਸਨ ਪੈਸੇ ਯਾਰ। ਦਫ਼ਤਰਾਂ ਦੇ ਕਲਰਕ, ਦੁਕਾਨਦਾਰ, ਬੱਸਾਂ ਦੇ ਕਲੀਨਰ, ਨਰਸਾਂ, ਪ੍ਰੋਫੈਸਰ ਪੈਸੇ ਪਾਉਂਦੇ ਸਨ ਅਤੇ ਰਸਾਲਾ ਨਿਕਲਦਾ ਸੀ। ਹੁਣ ਸਾਨੂੰ ਉਹਦੇ ਜਾਵਣ ਦੀ ਕੋਈ ਖਬਰ ਹੀ ਨਹੀਂ। ਇਹ ਕੋਈ ਗੱਲ ਹੈ। ਅਖਬਾਰਾਂ ਦੀਆਂ ਵੱਡੀਆਂ ਸੁਰਖੀਆਂ ਤੋਂ ਦੂਰ, ਸ਼ਹਿਰ ਦੀਆਂ ਵੱਡੀਆਂ ਚਮਕਦੀਆਂ ਤਿਲਕਦੀਆਂ ਸੜਕਾਂ ਤੋਂ ਪਰੇ, ਟੈਲੀਵਿਜ਼ਨ ਦੇ ਅੰਨੇ ਚਾਨਣ ਤੋਂ ਲਾਂਭੇ, ਨਿੱਕੇ ਨਿੱਕੇ ਘਰਾਂ ਦੇ ਚੁੱਪ ਅੰਦਰਾਂ ਵਿੱਚ ਹਯਾਤੀ ਨੰਗੇ ਪੈਰਾਂ ਨਾਲ ਸੜਦੀ ਰਹਿੰਦੀ ਏ, ਮਰਦੀ ਰਹਿੰਦੀ ਏ। ਚੁੱਪ ਸ਼ਾਹ ਭਾਵੇਂ ਚੁੱਪ ਕਰ ਗਿਆ, ਪਰ ਅਹੰਕਾਰ ਦੀ ਅਜਿਹੀ ਤਾਕਤ ਦੇ ਗਿਆ ਜੋ ਉਸ ਟੱਬਰ ਦਾ ਕਿਸੇ ਨਾਲ ਸਹਿਮਤ ਨਾ ਹੋਇਆ। ਜੋ ਉਸ ਦਾ ਟੱਬਰ ਕਿਸੇ ਨਾਲ ਸਹਿਮਤ ਨਾ ਹੋਇਆ, ਉਹ ਚੁਪੀਤੇ ਕੀ ਕਹਿ ਗਿਆ ਸਾਰਿਆਂ ਨੂੰ, ਇੱਕ ਬੋਲਦੀ ਚੁੱਪ ਲਾ ਗਿਆ। बहुत शुक्रिया प्रोफेसर साहब।